है जो कि नर्सिस सड़कों पे रुल रही है। इसके लिए सरकार को कुछ भी सुनने को तैयार नहीं। इंदे 5 वीक सीमिया वार्ड 'ਚ मेरी ड्यूटी है। ਉੱਥੇ ਅਸੀਂ ਇੱਕ ਹਫ਼ਤੇ ਤੋਂ ਹੜਤਾਲ ਤੇ ਲਗਾਤਾਰ ਚੱਲਦੇ ਪਏ ਆ। ਉੱਥੇ ਬੱਚਿਆਂ ਦੇ ਬਲੱਡ ਦੇ ਵਿੱਚ ਬਹੁਤ ਸਾਰੀ ਪਰੇਸ਼ਾਨੀ ਆ ਰਹੀ ਹੈ, ਬਲੱਡ ਲਗਾਉਣ ਦੇ ਵਿੱਚ ਆ ਰਹੀ ਹੈ, ਕੈਥ ਲਗਾਉਣ ਦੇ ਵਿੱਚ ਬਹੁਤ ਸਾਰੀ ਪਰੇਸ਼ਾਨੀ ਆ ਰਹੀ ਹੈ। ਬੱਚਿਆਂ ਦੇ ਵਾਰਡ ਦੇ ਵਿੱਚ 4-4 5-5 ਪ੍ਰਿਕ ਹੋ ਰਹੇ ਆ, ਫਿਰ ਪੇਰੈਂਟਸ ਰੋਂਦੇ ਮੇਰੇ ਕੋਲ ਆ ਰਹੇ। ਹਸਪਤਾਲ ਨੂੰ 5 ਤੋਂ 7 ਜ਼ਿਲ੍ਹਿਆਂ ਦੇ ਪੇਸ਼ੈਂਟ ਇਵਨ ਕਿ ਮਾਨਸਾ, ਜਗਰਾਓਂ, ਬਠਿੰਡਾ, ਬਰਨਾਲਾ ਤੱਕ ਦੇ ਪੇਸ਼ੈਂਟ ਸਾਡੇ ਕੋਲ ਰੈਫਰ ਹੋ ਗਏ। ਜਿਹੜੇ ਹਾਲਾਤ ਹੈ ਨਾ, ਉਹ ਪੇਸ਼ੈਂਟ ਨੂੰ ਪਤਾ ਹੈ ਕਿ ਉਹ ਕਿੰਨੇ ਕੁ ਮੈਨੇਜ ਹੋ ਰਹੇ ਕਿ ਕੋਈ ਸੂਈ ਨਹੀਂ ਲਾ ਰਿਹਾ, ਸੂਈ ਲਾ ਦਿਓ। ਬਾਕੀ ਇਹ ਸਾਰੇ ਨੋਟੀਫਿਕੇਸ਼ਨ ਵਗੈਰਾ ਕਰ ਦਿੰਦੇ ਆ, ਪਰ ਇਹ ਕਿਸੇ ਤੇ ਕੁਐਸਚਨ ਨਹੀਂ ਕਰ ਰਹੇ। ਨੋਟੀਫਿਕੇਸ਼ਨ ਕਰਕੇ ਕੋਈ ਆਸ਼ਵਾਸਨ ਵਗੈਰਾ ਦਵਾ ਦਿੰਦੇ ਆ, ਪਰ ਉਸ ਤੋਂ ਬਾਅਦ ਇਹ ਅੱਗੇ ਕੋਈ ਕਦਮ ਨਹੀਂ। ਇੱਕ ਚਿੱਠੀ ਆਈ ਸੀਗੀ ਡਾਕਟਰ ਬਲਰਾਜ ਵੇਰਕਾ ਦੇ ਵੱਲੋਂ, ਵਿੱਤ ਵਿਭਾਗ ਵੱਲੋਂ ਆਈ ਸੀਗੀ। ਉਹਦੇ ਵਿੱਚ ਕਿਹਾ ਗਿਆ ਸੀਗਾ ਵੀ ਤੁਹਾਨੂੰ ਰੱਖ ਲਿਆ ਗਿਆ, ਤੇ ਉਹਨਾਂ ਨੇ 3 ਵਾਰ ਪ੍ਰੈਸ ਦੇ ਮੂਹਰੇ ਆ ਕੇ 3 ਕੈਬਨਿਟ ਮੀਟਿੰਗ ਹੋਈਆਂ। ਪ੍ਰੈਸ ਦੇ ਮੂਹਰੇ ਆ ਕੇ ਉਹਨਾਂ ਨੇ ਇਹ ਵੀ ਕਿਹਾ ਵੀ ਤੁਸੀਂ ਆਪਦੀ ਡਿਊਟੀਆਂ ਜੁਆਇਨਿੰਗ ਕਰੋ, ਤੁਹਾਨੂੰ ਬਹਾਲ ਕਰ। ਮੈਨੂੰ ਤਾਂ ਇਦਾਂ ਲੱਗ ਰਿਹਾ ਵੀ ਜਾਂ ਤਾਂ ਅਸੀਂ ਪਾਗਲ ਆਂ ਜਾਂ ਫਿਰ ਸਰਕਾਰਾਂ। ਮੈਨੂੰ ਤਾਂ ਇਦਾਂ ਲੱਗ ਰਿਹਾ ਵੀ ਜਾਂ ਤਾਂ ਅਸੀਂ ਪਾਗਲ ਆਂ ਜਾਂ ਫਿਰ ਸਰਕਾਰਾਂ। ਮੈਨੂੰ ਤਾਂ ਇਦਾਂ ਲੱਗ ਰਿਹਾ ਵੀ ਜਾਂ ਤਾਂ ਅਸੀਂ ਪਾਗਲ ਆਂ ਜਾਂ ਫਿਰ ਸਰਕਾਰਾਂ ਪਾਗਲ।
ਨਾਮ ਹੈ ਜੀ ਤੁਹਾਡਾ? ਸੀਮਾ ਰਾਣੀ ਕੀ ਹੋਇਆ ਬੱਚੇ ਨੂੰ? ਥੈਲੇਸੀਮੀਆ। ਤੇ ਇੱਥੇ ਜਿਹੜੇ ਹੈਗਾ ਤੁਸੀਂ ਲੈ ਕੇ ਆਏ ਹੋ, ਕਿਉਂ ਲੈ ਕੇ ਆਏ ਹੋ? ਇਹਦੇ 5 ਬ੍ਰੇਕਾਂ ਹੋ ਗਈਆਂ ਸੀ। ਇਹ ਸਟ੍ਰਾਈਕ ਚੱਲ ਰਹੀ ਹੈਗੀ, ਸਟ੍ਰਾਈਕ ਦੇ ਵਿੱਚ ਤੁਸੀਂ ਪਹੁੰਚੇ ਇੱਥੇ ਕੀ ਕਰਵਾਉਣ ਆਏ ਆ ਜੀ? ਕੈਥ ਲਵਾਉਣਾ ਹੈ। ਕਿਉਂ ਇੱਥੇ ਕਿਉਂ ਆਉਣਾ ਪਿਆ ਤੁਹਾਨੂੰ? ਸਟਾਫ ਅੰਦਰ ਹੈਗਾ ਜੀ? ਉਹਨਾਂ ਕੋਲ ਲੱਗੇ ਨਹੀਂ। ਕਿੰਨੇ ਵਾਰ ਪਿਕ ਕੀਤੀ ਹੈ? ਕਿੰਨੇ 5 ਵਾਰੀ ਬ੍ਰੇਕ ਹੋ ਗਈ। ਕੀ ਨਾਮ ਹੈ ਜੀ ਤੁਹਾਡਾ? ਰਮਨਦੀਪ ਕੌਰ ਸਟਾਫ ਨਰਸ ਸੀ। ਥੈਲੇਸੀਮੀਆ ਵਾਰਡ 'ਚ ਮੇਰੀ ਡਿਊਟੀ ਹੈ। ਉੱਥੇ ਅਸੀਂ ਇੱਕ ਹਫ਼ਤੇ ਤੋਂ ਹੜਤਾਲ ਤੇ ਲਗਾਤਾਰ ਚੱਲਦੇ ਪਏ ਆ। ਉੱਥੇ ਬੱਚਿਆਂ ਦੇ ਬਲੱਡ ਦੇ ਵਿੱਚ ਬਹੁਤ ਸਾਰੀ ਪਰੇਸ਼ਾਨੀ ਆ ਰਹੀ ਹੈ, ਬਲੱਡ ਲਗਾਉਣ ਦੇ ਵਿੱਚ ਆ ਰਹੀ ਹੈ, ਕੈਥ ਲਗਾਉਣ ਦੇ ਵਿੱਚ ਬਹੁਤ ਸਾਰੀ ਪਰੇਸ਼ਾਨੀ ਆ ਰਹੀ ਹੈ। ਮੈਡੀਸਨ ਵੀ ਨਹੀਂ ਉਹਨਾਂ ਨੂੰ ਮਿਲ ਰਹੀ ਪ੍ਰੋਪਰਲੀ ਟਾਈਮ ਤੇ ਬੱਚਿਆਂ ਦੇ ਵਾਰਡ ਦੇ ਵਿੱਚ 4-4 5-5 ਪ੍ਰਿਕ ਹੋ ਰਹੇ ਆ। ਫਿਰ ਪੇਰੈਂਟਸ ਰੋਂਦੇ ਮੇਰੇ ਕੋਲ ਆ ਰਹੇ ਆ। ਇਸ ਕਰਕੇ ਮੈਨੂੰ ਇਨਸਾਨੀਅਤ ਤੌਰ ਤੇ ਬੱਚਿਆਂ ਦੇ ਪੇਰੈਂਟਸ ਨੂੰ ਦੇਖਦੇ ਹੋਏ ਬੱਚਿਆਂ ਦੇ ਕੈਥ ਲਗਾਉਣਾ ਪੈ ਰਿਹਾ है जी। देखो नर्सिस का आज 8वां दिन है जो कि नर्सिस सड़कों पे रुल रही है और नर्सिस के लिए सरकार को कुछ भी सुनने को तैयार नहीं है। मैं सरकार से यही पूछना चाहती हूँ कि हमारी 2-3 डिमांडों को लेकर सरकार क्यों नहीं सोच रही है, जबकि मरीजों का हॉस्पिटल में बहुत बुरा हाल चल रहा है और हमें भी बहुत दुख होता है जब मरीज़ इतना परेशान हो रहे होते हैं, ना चाहते हुए भी हमें सड़कों पर बैठना पड़ रहा है, क्योंकि ये भी हमारे लिए एक बहुत ज़रूरी है। हमने भी अपनी घर गृहस्थियाँ चलानी है, अपनी फैमिली देखनी है। सरकार से बार बार हम यही रिक्वेस्ट कर रहे हैं कि एक तो हमारा डेजिग्नेशन नर्सिस का है, वो उसमें तो कोई फंड की भी ज़रूरत नहीं है, वो क्यों नहीं वो हमारी नर्सिस को अलाउ कर रहे हैं? क्योंकि एक मेट्रो सिटी जैसे शहर में जबकि नर्सिस तो सेम है, नर्सिस की स्टडी सेम है, नर्सिस की डिग्रियां सेम है, फिर इतना भेदभाव क्यों चल रहा है? वहाँ पे डेजिग्नेशन नर्सिस को दिया जा रहा है, तो एक पंजाब सरकार इतना पीछे क्यों चल रही है? मेरी सरकार से यही बार बार मैं सरकार से यही पूछना चाहती हूँ कि इसमें नर्सिंग ऑफिसर का डेजिग्नेशन देने में इतनी रुकावटें क्यों आ रही हैं? और हमारा जो पे स्केल है वो हम अपने हक के लिए मान रहे हैं, हम डिज़र्व करते हैं इस चीज़ को। वो हमारा जो पे स्केल है वो जल्द से जल्द लागू किया जाए और सरकार से बार बार यही हर एक पंजाब का मुलाजम आज सड़क पर उतरा हुआ है, क्योंकि सरकार किसी की भी सुनने के लिए तैयार ही नहीं है। क्यों सरकार क्या पब्लिक से बहुत ज़्यादा बड़ी बन गई है? जो कि सरकार को बनाने वाला एक पब्लिक का ही बंदा है। आज अगर पब्लिक सड़कों पे है तो कल को सरकार से कोई भी सरकार पब्लिक से उम्मीद मत रखे। किसी ने सरकार को कोई वोट नहीं देनी, क्योंकि लोगों में इतनी घृणा आ गई है कि हमने किसी को वोट नहीं देना, हमने किसी को भी सरकार बनाना ही नहीं है। कौर है, मैं गुरु गोबिंद सिंह मैडिकल कॉलेज में एज अ स्टाफ नर्स इत्थे जॉब कर रही हाँ। इस हस्पताल ਨੂੰ 5 ਤੋਂ 7 ਜ਼ਿਲ੍ਹਿਆਂ ਦੇ ਪੇਸ਼ੈਂਟ ਈਵਨ ਕਿ ਮਾਨਸਾ, ਜਗਰਾਓਂ, ਬਠਿੰਡਾ, ਬਰਨਾਲਾ ਤੱਕ ਦੇ ਪੇਸ਼ੈਂਟ ਸਾਡੇ ਕੋਲ ਰੈਫਰ ਹੋ ਕੇ ਆਉਂਦੇ ਆ। ਤਾਂ ਪੇਸ਼ੈਂਟ ਜਿਹੜੇ ਆ ਉਹ ਬਹੁਤ ਸਫਰ ਕਰ ਰਹੇ ਆ ਸਾਡੇ ਸਟ੍ਰਾਈਕ ਤੇ ਆਉਣ ਨਾਲ। ਮੈਨੇਜਮੈਂਟ ਕਹਿ ਰਹੀ ਕਿ ਅਸੀਂ ਮੈਨੇਜ ਕਰ ਰਹੇ ਆ, ਪਰ ਅੰਦਰਲੇ ਜਿਹੜੇ ਹਾਲਾਤ ਹੈ ਨਾ ਉਹ ਪੇਸ਼ੈਂਟ ਨੂੰ ਪਤਾ ਹੈ ਕਿ ਉਹ ਕਿੰਨੇ ਕੁ ਮੈਨੇਜ ਹੋ ਰਿਹਾ। ਪੇਸ਼ੈਂਟ ਬਾਹਰ ਆ ਕੇ ਕਹਿ ਰਿਹਾ ਕਿ ਕੋਈ ਸੂਈ ਨਹੀਂ ਲਾ ਰਿਹਾ, ਸੂਈ ਲਾ ਦਿਓ। ਔਰ ਪੰਜਾਬ ਸਰਕਾਰ ਦਾ ਇਹ ਹੈ ਕਿ ਪਹਿਲਾਂ ਸਭ ਤੋਂ ਸਾਡੀ ਜਿਹੜੀ ਗ੍ਰੇਡ ਪੇ ਹੈ 4600 ਤੋਂ ਘਟਾ ਕੇ 3200 ਕਰਤੀ ਹੈ ਔਰ ਉੱਤੋਂ ਪੰਜਾਬ ਸਰਕਾਰ ਇਹ ਵਾਰਨਿੰਗ ਦਿੰਦੀ ਹੈ ਕਿ ਅਸੀਂ ਸਖਤ ਕਦਮ ਉਠਾਵਾਂਗੇ। ਅੱਜ ਤੱਕ ਪੰਜਾਬ ਦਾ ਕੋਈ ਡਿਪਾਰਟਮੈਂਟ ਨਹੀਂ ਹੈਗਾ ਜਿਹੜਾ ਹੁਣ ਇਸ ਟਾਈਮ ਹੜਤਾਲ ਤੇ ਨਹੀਂ ਬੈਠਾ, ਚਾਹੇ ਉਹ ਐਜੂਕੇਸ਼ਨ ਡਿਪਾਰਟਮੈਂਟ ਚੋਂ ਲੈ ਲਓ, ਇਲੈਕਟ੍ਰਿਸਿਟੀ ਡਿਪਾਰਟਮੈਂਟ ਚੋਂ ਲੈ ਲਓ, ਹੈਲਥ ਡਿਪਾਰਟਮੈਂਟ ਚੋਂ ਲੈ ਲਓ। ਤਾਂ ਸਰਕਾਰ ਕਹਿ ਰਹੀ ਹੈ ਕਿ ਲੋਕਾਂ ਨੂੰ ਜਿਹੜੀਆਂ ਸੁਵਿਧਾਵਾਂ ਮਿਲਣੀਆਂ ਉਹ ਸਫਰ ਹੋ ਰਹੀਆਂ, ਅਸੀਂ ਸਖਤ ਕਦਮ ਉਠਾਵਾਂਗੇ। ਜੇ ਸਰਕਾਰ ਇੰਨੀ ਜ਼ਿੰਮੇਵਾਰੀ ਸਮਝਦੀ ਆ ਤਾਂ ਸਖਤ ਕਦਮ ਦੀ ਜਗ੍ਹਾ ਤੇ ਪੋਜ਼ਿਟਿਵ ਕਦਮ ਉਠਾਵੇ ਨਾ, ਕਿ ਲੋਕ ਜਿਹੜੇ ਸਫਰ ਹੋ ਰਹੇ ਆ, ਜਿੰਨਾ ਲੋਕ ਸਫਰ ਹੋ ਰਹੇ ਆ ਉਨੇ ਮੁਲਾਜ਼ਮ ਸਫਰ ਹੋ ਰਹੇ ਆ। ਸਾਡਾ ਵੀ ਦਿਲ ਕਰਦਾ ਕਿ ਅਸੀਂ ਆਪਣੀਆਂ ਡਿਊਟੀਆਂ ਪ੍ਰੋਪਰਲੀ ਕਰੀਏ, ਪਰ ਸਰਕਾਰ ਨੂੰ ਰਿਕੁਐਸਟ ਹੈ ਵੀ ਤੁਸੀਂ ਸਖਤ ਕਦਮ ਉਠਾਉਣ ਦੀ ਬਜਾਏ ਕੋਈ ਪੋਜ਼ਿਟਿਵ ਕਦਮ ਉਠਾਓ। ਜੇ ਸਰਕਾਰ ਨੂੰ ਵਾਕਈ ਲੋਕਾਂ ਦੀ ਫਿਕਰ ਹੈਗੀ ਆ ਕਿ ਲੋਕਾਂ ਨੂੰ ਸਾਰੇ ਡਿਪਾਰਟਮੈਂਟਾਂ 'ਚ ਸੁਵਿਧਾਵਾਂ ਮਿਲਣੀਆਂ ਚਾਹੀਦੀਆਂ, ਕੱਲਾ ਹੈਲਥ ਡਿਪਾਰਟਮੈਂਟ ਨਹੀਂ, ਐਜੂਕੇਸ਼ਨ ਡਿਪਾਰਟਮੈਂਟ, ਇਲੈਕਟ੍ਰਿਸਿਟੀ ਡਿਪਾਰਟਮੈਂਟ, ਮੈਨੂੰ ਲੱਗਦਾ ਕਿ ਪੰਜਾਬ ਦੇ ਜਿਹੜੇ ਸਾਰੇ ਡਿਪਾਰਟਮੈਂਟ ਹੈ ਸਾਰੇ ਦੇ ਸਾਰੇ ਡਿਪਾਰਟਮੈਂਟ ਹੜਤਾਲ ਤੇ ਬੈਠੇ ਆ। ਤਾਂ ਉਸ ਚੀਜ਼ ਦੀ ਜ਼ਿੰਮੇਵਾਰ ਕੌਣ ਹੈ? ਸਰਕਾਰ ਹੈ। ਕੋਈ ਇੱਕ ਡਿਪਾਰਟਮੈਂਟ ਦੇ ਇੰਪਲਾਈ ਗਲਤ ਹੋ ਸਕਦੇ ਆ, ਸਾਰੇ ਦੇ ਸਾਰੇ ਡਿਪਾਰਟਮੈਂਟ ਤਾਂ ਨਹੀਂ ਨਾ ਗਲਤ ਹੋ ਸਕਦੇ। ਇਹਦਾ ਮਤਲਬ ਸਰਕਾਰ ਦੀਆਂ ਨੀਤੀਆਂ ਗਲਤ ਹੈ। ਸਰਕਾਰ ਕਹਿ ਰਹੀ ਸਖਤ ਕਦਮ ਉਠਾਵਾਂਗੇ, ਸਖਤ ਕਦਮ ਦੀ ਉਠਾਉਣ ਦੀ ਬਜਾਏ ਜੇ ਤੁਹਾਨੂੰ ਲੋਕਾਂ ਦੀ ਫਿਕਰ ਹੈਗੀ ਆ, ਜੇ ਸਰਕਾਰ ਲੋਕਾਂ ਦੀ ਹੈ ਤਾਂ ਲੋਕਾਂ ਲਈ ਪੋਜ਼ਿਟਿਵ ਕਦਮ ਉਠਾਵੇ, ਸਾਡੀਆਂ ਮੰਗਾਂ ਨੂੰ ਮੰਨੇ, ਅਸੀਂ ਵੀ ਲੋਕਾਂ ਦੀਆਂ ਜਿਹੜੀਆਂ ਪ੍ਰੋਪਰ ਸੇਵਾਵਾਂ ਆਪਦੀਆਂ ਉਹ ਦੇਈਏ। ਇੱਥੇ
ਜਿਹੜਾ ਹਸਪੀਟਲ ਦੇ ਵਿੱਚ ਮਰੀਜ਼ ਆਉਂਦੇ ਹੈਗੇ ਆ ਹਾਂਜੀ। ਕਿਹੜੀ ਕੈਟਾਗਰੀ ਦੇ ਆ ਰਹੇ ਇਲਾਜ ਕਰਵਾਉਣ? ਮਤਲਬ ਕਹਿ ਲਓ ਕਿ ਮਿਡਲ ਕਲਾਸ ਫੈਮਿਲੀ ਜਾਂ ਜਿਹੜੇ ਗਰੀਬੀ ਰੇਖਾ ਵਾਲੇ ਲੋਕ ਜ਼ਿਆਦਾ ਆਉਂਦੇ ਆ ਔਰ ਮੈਕਸਿਮਮ ਜਿਵੇਂ ਤੁਸੀਂ ਕਹਿ ਲਓ ਕਿ ਮਤਲਬ ਜੱਚਾ ਬੱਚਾ ਵਾਲੀ ਸੁਵਿਧਾਵਾ ਜਿਹੜੀ ਉਹ ਹੈਗੀ ਸੁਵਿਧਾ ਉਹ ਇੱਥੇ ਫ੍ਰੀ ਹੈ। ਤਾਂ ਉਹਦੇ ਕਰਕੇ ਬਹੁਤ ਸਾਰੇ ਲੋਕ ਹੈ ਜਿਹੜੇ ਮਤਲਬ ਮੈਨੇਜ ਨਹੀਂ ਕਰ ਪਾ ਰਹੇ। ਆਪਾਂ ਨੂੰ ਪਤਾ ਹੈ ਕਿ ਸਰਕਾਰ ਨੇ ਮਹਿੰਗਾਈ ਆਲਰੇਡੀ ਬਹੁਤ ਕਰਤੀ ਆ, ਤਾਂ ਜਿਹੜੇ ਜ਼ਿਆਦਾਤਰ ਕਹਿ ਲਓ ਕਿ 90% ਜਿਹੜਾ ਵਰਗ ਹੈ ਉਹ ਪ੍ਰਾਈਵੇਟ ਸਹੂਲਤਾਂ ਨਹੀਂ ਲੈ ਸਕਦਾ, ਅਫੋਰਡ ਨਹੀਂ ਕਰ ਸਕਦਾ। ਤਾਂ ਇਸੇ ਕਰਕੇ ਇੱਥੇ ਪੇਸ਼ੈਂਟ ਰੇਸ਼ੋ ਬਹੁਤ ਜ਼ਿਆਦਾ ਹੈ। ਤਾਂ ਨੈਚੁਰਲੀ ਆ ਜਿਹੜੇ ਹੁਣ ਲੋਕ ਹੈ ਜਿਨ੍ਹਾਂ ਤੋਂ ਵਿਚਾਰਿਆਂ ਤੋਂ ਪ੍ਰਾਈਵੇਟ 'ਚ ਨਹੀਂ ਜਾ ਸਕਦੇ, ਉਹਨਾਂ ਨੇ ਇੱਥੇ ਹੀ ਆਉਣਾ ਇਲਾਜ ਲਈ, ਤੇ ਇੱਥੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਤੇ ਹੁਣ ਇਸ ਟਾਈਮ ਦੇ ਵਿੱਚ ਤੁਸੀਂ ਤਾਂ ਹੜਤਾਲ ਤੇ ਬੈਠੇ ਹੋ ਜੀ, ਹੁਣ ਪੇਸ਼ੈਂਟ ਕਿੱਥੇ ਜਾਣਗੇ, ਕੀ ਕਰਨਗੇ? ਇਹਦੇ ਵਿੱਚ ਕਸੂਰਵਾਰ ਸਰਕਾਰ ਆ, ਤੁਸੀਂ ਆ ਕਿ ਪੇਸ਼ੈਂਟ ਹੈ ਜੀ? ਇਹਦੇ ਲਈ ਸਰਕਾਰ ਜ਼ਿੰਮੇਵਾਰ ਹੈ। ਸਰਕਾਰ ਸਾਡੀਆਂ ਮੰਗਾਂ ਮੰਨੇ, ਅਸੀਂ ਆਪਦੀਆਂ ਡਿਊਟੀਆਂ ਅੱਜ ਵੀ ਜੁਆਇਨ ਕਰਦੇ ਹਾਂ। ਜਦੋਂ ਅਸੀਂ ਆਪਦੀਆਂ ਡਿਊਟੀਆਂ ਕਰਦੇ ਹਾਂ ਮੈਨੂੰ ਲੱਗਦਾ ਕੋਈ ਸਟਾਫ ਨਹੀਂ ਹੋਊਗਾ। ਕਈ ਸਾਡੀਆਂ ਡਿਊਟੀਆਂ ਐਵੇਂ ਦੀਆਂ ਵੀ ਅਸੀਂ ਸਾਰੀ ਰਾਤ ਜਾਗ ਕੇ ਕੱਢਦੇ ਹਾਂ। ਇੰਨੀ ਕਿ ਸਾਡੇ ਕੋਲ ਪੇਸ਼ੈਂਟ ਰੇਸ਼ੋ ਆਉਂਦੀ ਹੈ, ਰੈਫਰ ਹੋ ਕੇ ਰਾਤ ਨੂੰ ਐਮਰਜੈਂਸੀਆਂ ਆਉਂਦੀਆਂ। ਤਾਂ ਜੇ ਲੋਕਾਂ ਨੂੰ ਇੱਥੇ ਵਧੀਆ ਕੇਅਰ ਮਿਲਦੀ ਹੈ ਤਾਂ ਲੋਕ ਆਉਂਦੇ ਆ, ਠੀਕ ਹੈ। ਤਾਂ ਜੇ ਸਰਕਾਰ ਜ਼ਿੰਮੇਵਾਰ ਹੈਗੀ ਆ, ਜੇ ਸਰਕਾਰ ਵਾਕਈ ਲੋਕਾਂ ਲਈ ਸੋਚਦੀ ਹੈ ਤਾਂ ਸਰਕਾਰ ਨੂੰ ਸਾਡੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਤਾਂ ਕਿ ਲੋਕਾਂ ਨੂੰ ਜਿਹੜੀ ਪ੍ਰੋਪਰ ਕੇਅਰ ਉਹ ਵਾਪਸ ਮਿਲ ਸਕੇ। ਕੀ ਨਾਮ ਹੈ ਮੈਮ ਤੁਹਾਡਾ? ਹਾਂਜੀ, ਮੇਰਾ ਨਾਮ ਸਨੇਹ ਹੈ। ਮੈਂ ਇੱਥੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਵਾਰਡ ਅਟੈਂਡੈਂਟ ਦੇ ਬਤੌਰ ਤੇ ਰੱਖੀ ਗਈ ਸੀਗੀ ਤੇ 1.5 ਸਾਲ ਅਸੀਂ ਨੌਕਰੀ ਕੀਤੀ ਆ। ਉਸ ਤੋਂ ਬਾਅਦ ਮਤਲਬ ਹੁਣ ਸਾਡੇ ਸੰਘਰਸ਼ ਨੂੰ ਚੱਲਦਿਆਂ ਨੂੰ 3 ਮਹੀਨਿਆਂ ਦੇ ਨੇੜੇ ਹੋ ਚੱਲੇ ਆ। 3 ਮਹੀਨਿਆਂ ਵਿੱਚ ਅਸੀਂ ਬਹੁਤ ਤਿੱਖੇ ਸੰਘਰਸ਼ ਵੀ ਕੀਤੇ ਆ, ਘਰ ਛੱਡ ਕੇ ਅਸੀਂ ਬਾਹਰ ਵੀ ਗਏ ਆ, ਰੋਡ ਜਾਮ ਵੀ ਬਹੁਤ ਸਾਰੇ ਕੀਤੇ ਆ। ਇੱਥੇ ਵੀ ਅਸੀਂ ਰੋਲਦਿਆਂ ਨੂੰ 3 ਮਹੀਨੇ ਦੇ ਨੇੜੇ ਹੋ ਚੱਲੇ ਆ। ਸਾਨੂੰ ਇੱਕ ਚਿੱਠੀ ਆਈ ਸੀਗੀ ਡਾਕਟਰ ਰਾਜ ਵੇਰਕਾ ਦੇ ਵੱਲੋਂ, ਵਿੱਤ ਵਿਭਾਗ ਵੱਲੋਂ ਆਈ ਸੀਗੀ। ਉਹਦੇ ਵਿੱਚ ਕਿਹਾ ਗਿਆ ਸੀਗਾ ਵੀ ਤੁਹਾਨੂੰ ਰੱਖ ਲਿਆ ਗਿਆ ਤੇ ਉਹਨਾਂ ਨੇ 3 ਵਾਰ ਪ੍ਰੈਸ ਦੇ ਮੂਹਰੇ ਆ ਕੇ 3 ਕੈਬਨਿਟ ਮੀਟਿੰਗ ਹੋਈਆਂ। ਪ੍ਰੈਸ ਦੇ ਮੂਹਰੇ ਆ ਕੇ ਉਹਨਾਂ ਨੇ ਇਹ ਵੀ ਕਿਹਾ ਵੀ ਤੁਸੀਂ ਆਪਦੀ ਡਿਊਟੀਆਂ ਜੁਆਇਨਿੰਗ ਕਰੋ, ਤੁਹਾਨੂੰ ਬਹਾਲ ਕਰ ਦਿੱਤਾ ਗਿਆ। ਬਕਾਇਦਾ ਉਹਨਾਂ ਨੇ ਅਖਬਾਰ ਵਿੱਚ ਵੀ ਇਹ ਨਿਊਜ਼ ਦਿੱਤੀ ਹੈ ਵੀ ਤੁਸੀਂ ਆਪਦੀਆਂ ਡਿਊਟੀਆਂ ਦੀ ਜੁਆਇਨਿੰਗ ਕਰੋ। ਅਸੀਂ ਜਦੋਂ ਅੰਦਰ ਐਮਐਸ ਸਰ ਕੋਲ ਜਾਂਦੇ ਆ, ਉਹਨਾਂ ਨੂੰ ਅਸੀਂ ਕਿਹਾ ਵੀ ਸਰ ਸਾਨੂੰ ਇਦਾਂ ਕਰਕੇ ਵੀ ਸਾਡੀ ਲੈਟਰ ਆਈ ਹੈ, ਸਾਡੀ ਜੁਆਇਨਿੰਗ ਕਰਵਾਓ। ਤੇ ਉਹ ਕਹਿੰਦੇ ਕਿਸ ਚੀਜ਼ ਦੀ ਜੁਆਇਨਿੰਗ, ਕਾਹਦੀ ਜੁਆਇਨਿੰਗ? ਅਸੀਂ ਕਿਹਾ ਸਰ ਸਾਡੀ ਲੈਟਰ ਆਈ ਹੈ। ਉਹ ਕਹਿੰਦੇ ਇਹ ਕੋਈ ਲੈਟਰ ਨਹੀਂ, ਇਹ ਲੈਟਰ ਕੋਈ ਮਾਇਨੇ ਨਹੀਂ ਰੱਖਦੀਗੀ, ਇਹ ਸਿਰਫ ਵਿੱਤ ਵਿਭਾਗ ਵੱਲੋਂ ਤੁਹਾਡੀ ਮਨਜ਼ੂਰੀ ਮਿਲੀ ਹੈ ਤੇ ਇਹੀ ਲੈਟਰ ਹੈ। ਉਸ ਤੋਂ ਅਗਲੀ ਲੈਟਰ ਜਿਹੜੀ ਤੁਹਾਡੀ ਆਊਗੀ ਮਤਲਬ ਡੀਆਰਮੀ ਵੱਲੋਂ ਲੈਟਰ ਆਊਗੀ, ਉਹਦੇ ਰਾਹੀਂ ਤੁਹਾਨੂੰ ਰੱਖਿਆ ਜਾਊਗਾ। ਹੁਣ ਅਸੀਂ ਉਸ ਲੈਟਰ ਨੂੰ ਕਿਸ ਟਾਈਮ ਦੇ ਡੀਕਦੇ ਪਏ ਆ ਵੀ ਅੱਜ ਆਂਦੀ ਕੱਲ ਆਂਦੀ। ਹੁਣ ਰਾਜ ਵੇਰਕਾ ਸਾਹਿਬ ਸਾਨੂੰ ਕਹਿ ਰਹੇ ਆ ਵੀ ਡਿਊਟੀਆਂ ਜੁਆਇਨ ਕਰੋ। ਉਹ ਕਹਿ ਰਹੇ ਆ ਅੰਦਰ ਅਸੀਂ ਜਦੋਂ ਜਾਂਦੇ ਆ ਆਪਣੇ ਮੈਡੀਕਲ ਪ੍ਰਸ਼ਾਸਨ ਕੋਲ, ਉਹ ਸਾਨੂੰ ਕਹਿ ਰਹੇ ਆ ਵੀ ਨਹੀਂ ਜੀ ਤੁਹਾਡੀ ਲੈਟਰ ਕੋਈ ਨਹੀਂ ਆਈ। ਹੁਣ ਮੈਨੂੰ ਤਾਂ ਇਦਾਂ ਲੱਗ ਰਿਹਾ ਵੀ ਜਾਂ ਤਾਂ ਅਸੀਂ ਪਾਗਲ ਆ ਜਾਂ ਫਿਰ ਸਰਕਾਰਾਂ ਪਾਗਲ ਹੋ ਚੁੱਕੀਆਂ ਵੀ ਸਾਨੂੰ ਬੁੱਧੂ ਬਣਾਇਆ ਜਾ ਰਿਹਾ, ਸਾਨੂੰ ਹਰਾਸਮੈਂਟ ਸਾਡੀ ਕੀਤੀ ਜਾ ਰਹੀ ਹੈ ਵੀ ਅਸੀਂ ਕਿੰਦੀ ਮੰਨੀਏ ਤੇ ਕਿੰਦੀ ਨਾ ਮੰਨੀਏ। ਸਾਡੀ ਰਾਜ ਵੇਰਕਾ ਸਰ ਮੂਹਰੇ ਇਹੀ ਹੱਥ ਜੋੜ ਕੇ ਬੇਨਤੀ ਹੈ ਵੀ ਜੇ ਤੁਸੀਂ 3 ਮਹੀਨਿਆਂ ਵਾਲੀ ਵੀ ਲੈਟਰ ਕੱਢ ਰਹੇ ਹੋ, ਚਲੋ ਠੀਕ ਹੈ ਅਸੀਂ ਮੰਨਦੇ ਹਾਂ ਵੀ ਅੱਗੇ ਸਰਕਾਰਾਂ ਤੁਹਾਡੀਆਂ ਆਉਣਗੀਆਂ, ਤੁਸੀਂ ਸਾਨੂੰ ਫਿਰ ਕੰਟੀਨਿਊ ਕਰੋਗੇ ਵੀ ਅਸੀਂ ਵਿਸ਼ਵਾਸ ਕਰਦੇ ਪਏ ਹਾਂ ਤੁਹਾਡੇ ਤੇ, ਪਰ ਸਾਡਾ ਵਿਸ਼ਵਾਸ ਦਾ ਨਜਾਇਜ਼ ਫਾਇਦਾ ਨਾ ਚੱਕਿਆ ਜਾਵੇ। ਸਾਡਾ ਰਿਟਨ ਪ੍ਰੋਪਰ ਰਿਟਨ ਜਿਹੜਾ ਡੀਆਰਮੀ ਵੱਲੋਂ ਆ ਸਾਡਾ ਭੇਜੋ ਇਹ ਤੇ, ਤਾਂ ਕਿ ਅਸੀਂ ਜੁਆਇਨਿੰਗ ਕਰੀਏ ਤੇ ਆਪਦੇ ਖੁਸ਼ਹਾਲ ਜੀਵਨ ਆਪਦਾ ਬਤੀਤ ਕਰੀਏ ਬੱਚਿਆਂ। ਹਾਂਜੀ, ਮੇਰਾ ਨਾਮ ਰਾਜਵੀਰ ਆ। ਮੈਂ ਕੈਂਸਰ ਵਿਭਾਗ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਕੰਮ ਕਰ ਰਹੀ ਹਾਂ। ਹਾਂਜੀ, ਕਿਹੜੀਆਂ ਮੰਗਾਂ ਲੈ ਕੇ ਤੁਸੀਂ ਇੱਥੇ ਸਟ੍ਰਾਈਕ ਤੇ ਬੈਠੇ? ਹਾਂਜੀ, ਸਾਡੀ ਇੱਕ ਤਾਂ ਪੇ ਪੈਰਿਟੀ ਦੀ ਮੰਗ ਆ ਜੀ, ਇੱਕ ਸਾਡੇ ਡੈਜ਼ਿਗਨੇਸ਼ਨ ਦੀ ਮੰਗ ਆ, ਇੱਕ ਸਾਡੇ ਜਿਹੜੇ ਨਰਸਿੰਗ ਅਲਾਊਂਸ ਆ ਉਹ ਲਾਗੂ ਨਹੀਂ ਕਰ ਰਹੇ ਇਹ। ਬਾਕੀ ਸਾਰੇ ਸਟੇਟਸ ਵਿੱਚ ਮਿਲ ਰਹੇ ਆ, ਬਸ ਸਿਰਫ ਪੰਜਾਬ ਵਿੱਚ ਜਿਹੜਾ ਨਹੀਂ ਮਿਲ ਰਿਹਾ। ਬਾਕੀ ਇਹ ਸਾਰੇ ਨੋਟੀਫਿਕੇਸ਼ਨ ਵਗੈਰਾ ਕਰ ਦਿੰਦੇ ਆ, ਪਰ ਇਹ ਕਿਸੇ ਤੇ ਕੁਛ ਨਹੀਂ ਕਰ ਰਹੇ। ਨੋਟੀਫਿਕੇਸ਼ਨ ਕਰਕੇ ਵੀ ਕੋਈ ਆਸ਼ਵਾਸਨ ਵਗੈਰਾ ਦਵਾ ਦਿੰਦੇ ਆ, ਪਰ ਉਸ ਤੋਂ ਬਾਅਦ ਇਹ ਅੱਗੇ ਕੋਈ ਕਦਮ ਨਹੀਂ ਚੱਕ ਰਹੇਗੇ। ਹਰ ਵਰਗ ਇਹਨਾਂ ਨੇ ਜਿਹੜਾ ਵੀ ਕੋਈ ਵੀ ਵਰਗ ਆ ਪੰਜਾਬ ਸਰਕਾਰ ਦਾ ਸਾਰਾ ਸੜਕਾਂ ਤੇ ਆ। ਤੁਹਾਡੇ ਜਿਹੜਾ ਹਸਪੀਟਲ ਦੇ ਵਿੱਚ ਦਾਖਲ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਸੀਗਾ, ਤੁਸੀਂ ਹੁਣ ਸਟ੍ਰਾਈਕ ਤੇ ਆ ਗਏ, ਹੁਣ ਕਿਸ ਤਰ੍ਹਾਂ ਇਲਾਜ ਕਰ ਰਹੇ ਹੋ? ਉਹਨਾਂ ਦਾ ਇਲਾਜ 'ਚ ਬਹੁਤ ਤਕਲੀਫ ਹੋ ਰਹੀ ਹੈ ਜੀ। ਉਹਨਾਂ ਦਾ ਕੋਈ ਪੇਸ਼ੈਂਟ ਹਸਪੀਟਲ ਵਿੱਚ ਨਹੀਂ ਰਹਿ ਗਿਆ, ਕੋਈ ਉਹਨਾਂ ਦਾ ਪ੍ਰੋਪਰ ਤਰੀਕੇ ਨਾਲ ਇਲਾਜ ਨਹੀਂ ਹੋ ਰਿਹਾ। ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਪੇਸ਼ੈਂਟ ਨੂੰ ਕਿਹੜੀ ਮੈਡੀਸਨ ਲਾਉਣੀ ਹੈ ਕਿਹੜੀ ਨਹੀਂ ਲਾਉਣੀ ਗੀ, ਉਹਨਾਂ ਨੂੰ ਕੱਖ ਵੀ ਪਤਾ ਨਹੀਂ ਚੱਲ ਰਿਹਾ। ਅਟੈਂਡੈਂਟ ਬਾਰ-ਬਾਰ ਆ ਜਿਹੜੇ ਉਹ ਆ ਕੇ ਇੱਥੇ ਸਾਡੇ ਕੋਲ ਰਿਕੁਐਸਟ ਕਰ ਰਹੇ ਪਲੀਜ਼ ਸਾਡੇ ਮਰੀਜ਼ ਦੇ ਸੂਈ ਲਾ ਦਿਓ, ਸਾਡੇ ਮਰੀਜ਼ ਦੇ ਟੀਕਾ ਲਾ ਦਿਓ। ਤੇ ਪੇਸ਼ੈਂਟਾਂ ਨੂੰ ਇਹ ਜਿਹੜੇ ਡਾਕਟਰ ਉਹ ਡਿਸਚਾਰਜ ਕਰੀ ਜਾਂਦੇ, ਜਾਂ ਇਹ ਕਹੀ ਜਾਂਦੇ ਜੀ ਇੱਥੇ ਸਾਡੀ ਸਟਾਫ ਨਰਸਿਸ ਜਿਹੜੀਆਂ ਸਟ੍ਰਾਈਕ ਤੇ ਆ ਤਾਂ ਇੱਥੇ ਕੋਈ ਵੀ ਇਲਾਜ ਨਹੀਂ ਹੋ ਰਿਹਾ ਤੇ ਪਲੀਜ਼ ਤੁਸੀਂ ਆਪਦੇ ਪੇਸ਼ੈਂਟ ਨੂੰ ਕਿਤੇ ਹੋਰ ਲੈ ਜਾਓ। ਮੈਂ ਕਮਲਜੀਤ ਸਿੰਘ ਐਜ ਏ ਸਫਾਈ ਸੇਵਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਸੇਵਾਵਾਂ ਨਿਭਾ ਰਹੇ ਸੀ। ਸਾਨੂੰ ਕੋਵਿਡ ਦੇ ਵਿੱਚ ਰੱਖਿਆ ਗਿਆ ਸੀ ਤੇ ਸਾਡੀ ਜਿਹੜੀ ਲੈਟਰ ਜਾਰੀ ਹੋਈ ਸੀ ਕੱਢਣ ਸੰਬੰਧੀ ਵੀ ਤੁਹਾਡੀ ਕੋਈ ਫਾਈਨਾਂਸ ਵੀ ਜ਼ਿੰਮੇਵਾਰੀ ਨਹੀਂ ਚੱਕ ਰਿਹਾ, ਉਹ ਹੁਣ ਸਾਨੂੰ ਇੱਕ ਲੈਟਰ ਜਾਰੀ ਹੋਈ ਹੈ ਜੋ ਵਿੱਤ ਮੰਤਰਾਲੇ ਵੱਲੋਂ ਲੈਟਰ ਆਈ ਆ। ਉਹ ਸ਼ਾਇਦ ਤੁਹਾਨੂੰ ਮੀਡੀਆ ਨੂੰ ਵੀ ਸਾਰਿਆਂ ਨੂੰ ਪਤਾ ਹੀ ਹੈ ਜਿਹੜੀ ਲੈਟਰ ਜਾਰੀ ਹੋਈ ਆ। ਉਹ ਅਸੀਂ ਲੈਟਰ ਲੈ ਕੇ ਐਮਐਸ ਸਰ ਕੋਲ ਗਏ ਆ। ਐਮਐਸ ਸਰ ਨੇ ਸਾਨੂੰ ਇਹ ਕਿਹਾ ਵੀ ਇਹ ਜਿਹੜੀ ਲੈਟਰ ਆ ਇਹ ਸਿਰਫ ਤੁਹਾਡੇ ਜਿਹੜਾ ਬਜਟ ਆ ਉਹਨੂੰ ਪਾਸ ਕੀਤਾ ਗਿਆ ਆ, ਵੀ ਇਹ ਤੁਹਾਡੀ ਜੁਆਇਨਿੰਗ ਦੀ ਲੈਟਰ ਨਹੀਂ ਗੀ।
ਸਾਡੀ ਹੁਣ ਇਹੀ ਅਪੀਲ ਆ, ਜੇ ਤਾਂ ਕੋਈ ਸਾਡਾ ਡੀਆਰਮੀ ਵੱਲੋਂ ਕੋਈ ਲੈਟਰ ਆਉਂਦੀ ਆ ਤੇ ਸਾਨੂੰ ਛੇਤੀ ਤੋਂ ਛੇਤੀ ਰਿਟਨ ਦੇ ਕੇ ਅੰਦਰ ਜੁਆਇਨਿੰਗ ਕਰਾਇਆ ਜਾਵੇ, ਨਹੀਂ ਤਾਂ ਜਿਹੜੇ ਸਾਡੇ ਸੰਘਰਸ਼ ਅੱਗੇ 2-2.5 ਮਹੀਨਿਆਂ ਤੋਂ ਚੱਲ ਹੀ ਰਹੀ ਆ, ਨਹੀਂ ਤਾਂ ਇਦੋਂ ਵੀ ਜ਼ਿਆਦਾ ਤਿੱਖੇ ਹੋਣਗੇ।